ਬਿਨ ਮੁਕਤ ਨ ਪਾਵੈ। ਗੁਰ ਕਰ ਸਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪਨ ਅਗਨ, ਕਟੇ ਸਭ ਤੇਰੇ। ਬਲਹਾਰੀ ਗੁਰ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤ ਕੀਏ, ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਊਗਵੈ, ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦਿਆਂ, ਗੁਰ ਬਿਨ ਘੋਰ ਅੰਧਾਰ। ਸੋ ਕੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰਿ ਅਰਸ਼ੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟੋੜ ਭਾਗੀ, ਮਨਹਿ ਪਿਆ ਪਰਗਾਸਾ। ਕੋਈ ਨ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਭੇਟੋੜ ਭਾਗੀ, ਮਨਹਿ ਪਿਆ ਪਰਗਾਸਾ। ਕੋਈ ਨ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰੂ ਕੈ ਬਲਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੇ ਰਹਾਉ। ਅੰਤਰਜਾਮੀ ਕਰਣੈ ਹਾਰਾ, ਸੋਈ ਖਸਮ ਹਮਾਰਾ। ਨਿਰਭਉ ਪੈ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਵੀ ਹੋਨਹਾਰਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਕੋ ਗੁਰ ਪੂਰਾ ਭਟਿਓ, ਸਗਲੇ ਦੁਖ ਵਿਨਾਸੇ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਕੋ ਗੁਰ ਪੂਰਾ ਭਟਿਓ, ਸਗਲੇ ਦੁਖ ਵਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ, ਇਹ ਜੋ ਮੁਬਾਰਕ ਬਚਨ, ਪਾਵਨ ਪਵਿੱਤਰ ਹੁਕਮਨਾਮਾ, ਸਤਿਗੁਰਾਂ ਦਾ ਉਪਦੇਸ਼ ਆਪ ਜੀਆਂ ਨੇ ਸਰਵਣ ਕੀਤਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਤੋਂ ਅਮੋਲਕ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਹ ਜੋ ਸ਼ਬਦ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰ 609 ਅਤੇ 610 ਅੰਗ ਤੇ ਸਵਾਈਮਾਨ ਹੈ। ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਹੈ, ਆਓ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਸੋਰਠ ਮਹੱਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸਤਿਗੁਰੂ ਬਾਣੀ ਦੀ ਬੋਝ, ਬਾਣੀ ਦੇ ਤਹਾਜ ਬਖਸ਼ਿਸ਼ ਜੋ ਕਰ ਰਹੇ ਨੇ, ਇਸ ਸ਼ਬਦ ਨੂੰ ਕਹਿੰਦੀ ਸੁਰ ਸ਼ਰਾਗ ਦੇ ਵਿੱਚ ਗਾਇਨ ਕੀਤਾ ਜਾਵੇ।
ਸੋਠ ਰਾਗ ਦੇ ਵਿੱਚ ਇਸ ਨੂੰ ਗਾਇਨ ਕੀਤਾ ਜਾਵੇ। ਸਤਿਗੁਰੂ ਜੋ ਬਖਸ਼ਿਸ਼ ਕਰ ਰਹੇ ਨੇ। ਗੁਰਪੂਰਾ ਭੇਜਿਓ ਵਡ ਭਾਗੇ, ਮਨਹਿ ਪਿਆ ਪਰਗਾਸਾ। ਯਾਰੀ ਚੰਗੀ ਕਿਸਮਤ ਦੇ ਨਾਲ ਪਹਿਲਾਂ ਗੁਰੂ ਦੇ ਦਰਸ਼ਨ ਹੁੰਦੇ ਨੇ। ਮਨੁੱਖ ਚੰਗੀ ਕਿਸਮਤ ਹੋਏ ਤੇ ਤਾਂ ਹੀ ਗੁਰੂ ਦੇ ਦਰਸ਼ਨ ਆ ਕੇ ਕਰਦਾ। ਗੁਰਪੂਰਾ ਭੇਜੋ ਵੱਡਿਆਂ ਭਾਗਾਂ ਦੇ ਨਾਲ, ਚੰਗੀ ਕਿਸਮਤ ਦੇ ਨਾਲ। ਮਨਹਿ ਪਿਆ ਪਰਗਾਸਾ, ਤੇ ਫਿਰ ਮਨ ਅੰਦਰ ਚਾਨਣ ਹੋ ਜਾਂਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰਿ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਚੰਗੀ ਕਿਸਮਤ ਦੇ ਨਾਲ ਗੁਰੂ ਦੇ ਦਰਸ਼ਨ ਹੁੰਦੇ ਨੇ, ਤੇ ਗੁਰੂ ਦੇ ਦਰਸ਼ਨ ਕਰਕੇ ਗੁਰੂ ਦੀ ਬਾਣੀ ਨੂੰ ਸੁਣ ਕੇ ਪਿਆਰਿਓ ਮਨ ਅੰਦਰ ਫਿਰ ਚਾਨਣ ਹੋ ਜਾਂਦਾ ਹੈ। ਕੋਈ ਨ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਕਹਿੰਦੀ ਸਹਾਰਾ ਬਣ ਜਾਂਦਾ ਵਾਹਿਗੁਰੂ ਤੇ। ਇਸ ਤਰ੍ਹਾਂ ਦਾ ਭਰੋਸਾ ਹੋ ਜਾਂਦਾ ਵਾਹਿਗੁਰੂ ਤੇ ਕਿ ਕਹਿੰਦੀ ਮੇਰੀ ਵਾਹਿਗੁਰੂ ਵਰਗਾ, ਮੇਰੀ ਸਤਿਗੁਰੂ ਵਰਗਾ ਕੋਈ ਦੂਸਰਾ ਕੋਈ ਨਹੀਂ। ਉਹਦੇ ਵਰਗਾ ਦੂਸਰਾ ਕੋਈ ਨਹੀਂ ਜੋ ਕਰਨ ਕਾਰਨ ਦੀ ਸਮਰੱਥਾ ਰੱਖਦਾ। ਕੋਈ ਨਾ ਪਹੁੰਚਣ ਹਾਰਾ ਦੂਜਾ, ਉਸ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ। ਦੁਨੀਆ ਦੇ ਵਿੱਚ ਭਾਵੇਂ ਕੋਈ ਇਹ ਗੱਲ ਆਖੀ ਜਾਵੇ ਮੇਰੇ ਕੋਲ ਬੜੀਆਂ ਤਾਕਤਾਂ ਨੇ, ਮੇਰੇ ਕੋਲ ਬੜੀਆਂ ਸ਼ਕਤੀਆਂ ਨੇ, ਪਰ ਪਿਆਰਿਓ ਇਸ ਬਿਲਕੁਲ ਝੂਠ ਹੋਵੇਗਾ। ਜੋ ਸਤਿਗੁਰਾਂ ਦੀ ਮੁਬਾਰਕ ਬਚਨ ਬਾਣੀ ਦੇ ਵਿੱਚ ਨੇ, ਇਹ ਤਿੰਨ ਕਾਲ ਸੱਚ ਹਨ, ਇਹ ਸੁੱਚੇ ਮੋਤੀ ਹਨ। ਸਤਿਗੁਰਾਂ ਨੇ ਜੋ ਬਾਣੀ ਦੇ ਵਿੱਚ ਕਹਿ ਦਿੱਤਾ, ਇਹਦੇ ਵਿੱਚ ਰਾਈ ਜਿੰਨਾ ਵੀ ਕੋਈ ਝੂਠ ਨਹੀਂ ਹੈ। ਸਤਿਗੁਰੂ ਵਰਗਾ ਦੂਸਰਾ ਹੋਰ ਕੋਈ ਨਹੀਂ, ਸਤਿਗੁਰੂ ਦੀ ਬਰਾਬਰੀ ਦੂਸਰਾ ਕੋਈ ਨਹੀਂ ਕਰ ਸਕਦਾ। ਜੇ ਕੋਈ ਬਰਾਬਰੀ ਕਰਨ ਦਾ ਯਤਨ ਕਰੇਗਾ ਤੇ ਪਿਆਰਿਓ ਉਹ ਮਾਰਿਆ ਜਾਏਗਾ, ਉਹ ਬਖਸ਼ਿਆ ਨਹੀਂ ਜਾਵੇਗਾ। ਦੁਨੀਆ ਦੇ ਵਿੱਚ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਦੀ ਬਰਾਬਰੀ ਕਰਨੀ ਚਾਹੀ ਪਿਆਰਿਓ, ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ, ਕਿਉਂਕਿ ਪਰਮੇਸ਼ਰ ਵਰਗਾ ਦੂਸਰਾ ਹੈ ਹੀ ਕੋਈ ਨਹੀਂ। ਤੇ ਜਿਨ੍ਹਾਂ ਨੂੰ ਭਰੋਸਾ ਹੋ ਜਾਂਦਾ, ਜਿਨ੍ਹਾਂ ਨੂੰ ਪ੍ਰਵਾਸਾ ਹੋ ਜਾਂਦਾ, ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ। ਜਿਨ੍ਹਾਂ ਨੂੰ ਭਰੋਸਾ ਬਣ ਗਿਆ, ਜਿਨ੍ਹਾਂ ਨੂੰ ਯਕੀਨ ਬਣ ਗਿਆ ਵਾਹਿਗੁਰੂ ਤੇ ਪਿਆਰਿਓ, ਉਹਨਾਂ ਨੂੰ ਫਿਰ ਡਰਾਉਣ ਵਾਲਾ ਦੁਨੀਆ ਦੇ ਵਿੱਚ ਕੋਈ ਨਹੀਂ। ਭਗਤ ਕਬੀਰ ਜੀਆਂ ਦੀ ਸਾਖੀ ਆਉਂਦੀ ਹੈ ਕਿ ਭਗਤ ਕਬੀਰ ਜੀ ਰੰਗ ਦੇ ਵਿੱਚ ਰੰਗੇ ਹੋਏ, ਪਰਮੇਸ਼ਰ ਦੇ ਰੰਗ ਦੇ ਵਿੱਚ ਹਰ ਵੇਲੇ ਰੰਗੇ ਰਹਿੰਦੇ ਸਨ ਪਿਆਰਿਓ। ਪਰ ਭਗਤਾਂ ਦਾ ਜਿਤਨੇ ਵੀ ਸੰਤ ਮਹਾਂਪੁਰਸ਼ ਭਗਤ ਹੋਏ ਨੇ, ਬੰਦਗੀ ਕਰਨ ਵਾਲੇ, ਪੁਰਾਣੇ ਸਮੇਂ ਵੱਲ ਝਾਤੀ ਮਾਰ ਕੇ ਵੇਖੋ, ਉਹਨਾਂ ਦਾ ਗਰੀਬੀ ਨੇ ਖਹਿੜਾ ਨਹੀਂ ਛੱਡਿਆ। ਗਰੀਬੀ ਉਹਨਾਂ ਦੇ ਨਾਲ ਨਾਲ ਰਹੀ ਹੈ। ਜਿਤਨੇ ਵੀ ਭਗਤ ਹੋਏ ਨੇ, ਭਗਤ ਰਵਿਦਾਸ ਵੱਲ ਝਾਤੀ ਮਾਰ ਲਓ, ਭਗਤ ਕਬੀਰ ਜੀ ਵੱਲ, ਭਗਤ ਨਾਮਦੇਵ ਜੀ, ਸਾਰੇ ਹੀ ਕਿਰਤ ਕਰਕੇ ਗੁਜ਼ਾਰਾ ਕਰਦੇ ਸਨ, ਪਰ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਸਨ। ਭਗਤ ਕਬੀਰ ਜੀ ਹਰ ਵੇਲੇ ਪਰਮੇਸ਼ਰ ਦਾ ਨਾਮ ਜਪਦੇ ਨੇ। ਜਬ ਲਗ ਧਾਗਾ ਬਾਹੋ ਦੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਕਹਿੰਦੇ ਜਿਤਨੀ ਦੇਰ ਦੇ ਵਿੱਚ ਮੈਂ ਆਰ ਦੇ ਵਿੱਚ ਧਾਗਾ ਪਾਉਂਦਾ, ਇਤਨੀ ਦੇਰ ਦੇ ਸਮੇਂ ਦੇ ਵਿੱਚ ਵੀ ਮੈਨੂੰ ਵਾਹਿਗੁਰੂ ਉਹ ਰਾਮ ਮੈਨੂੰ ਭੁੱਲ ਜਾਂਦਾ ਹੈ। ਕਹਿੰਦੀ ਉਹ ਭੁੱਲ ਜਾਂਦਾ, ਇਹ ਵੀ ਕਿਧਰੇ ਨਾ ਹੋਵੇ। ਪਿਆਰਿਓ ਸੱਚ ਹੈ, ਧਿਆਨ ਉਸ ਪਾਸੇ ਚਲਿਆ ਜਾਂਦਾ। ਜਦੋਂ ਸੂਈ ਦੇ ਨੱਕੇ ਦੇ ਵਿੱਚ ਧਾਗਾ ਪਰੋਵਾਂਗੇ ਤੇ ਧਿਆਨ ਉਸ ਪਾਸੇ ਲੱਗ ਜਾਵੇਗਾ। ਜਿਹੜੀ ਸੁਰਤੀ ਉਸ ਮਾਲਕ ਦੇ ਨਾਲ ਜੁੜੀ ਹੋਈ ਹੈ ਭੰਗ ਹੋਵੇਗੀ। ਜਬ ਲਗ ਧਾਗਾ ਬਾਹੋ ਦੇਹੀ, ਤਬ ਲਗ ਬਿਸਰੈ ਰਾਮ ਸਨੇਹੀ। ਇੰਨੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਵਿਸਰਦਾ ਵਾਹਿਗੁਰੂ, ਮੈਨੂੰ ਉਹ ਨਾ ਵਿਸਰੇ। ਇਤਨੀ ਬਖਸ਼ਿਸ਼ ਸੀ। ਪਰ ਗਰੀਬੀ ਦਾਵੇ ਦੇ ਵਿੱਚ ਰਹਿੰਦਿਆਂ ਹੋਇਆ ਸਾਧੂ ਜਨਾਂ ਦੀ ਸੇਵਾ ਕਰਦੇ ਸਨ। ਪਰਮੇਸ਼ਰ ਦੇ ਪਿਆਰੇ ਆਉਣੀ, ਕੋਈ ਗਰੀਬ ਆਉਣਾ ਤੇ ਉਸ ਦੀ ਸੇਵਾ ਨੂੰ ਪਹਿਲੋਂ ਪਹਿਲ ਦੇਣੀ। ਨਾਲ ਨਾਲ ਆਪਣੀ ਕਿਰਤ ਕਰਕੇ ਉਹਦੇ ਵਿੱਚੋਂ ਪਿਆਰਿਓ ਗਰੀਬ ਗੁਰਬੇ ਦੀ ਸੇਵਾ, ਸਾਧੂ ਜਨਾਂ ਦੀ ਸੇਵਾ ਕਰਨੀ। ਸੇਵਾ ਨੂੰ ਉਹਨਾਂ ਨੇ ਬਹੁਤ ਮਹੱਤਤਾ ਦਿੱਤੀ, ਕਿਉਂਕਿ ਜਿਤਨੇ ਵੀ ਸਾਧੂ ਆ ਜਾਣੇ, ਉਹਨਾਂ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਤੇ ਉਹਨਾਂ ਨੂੰ ਛਕਾਉਣਾ। ਪਿਆਰਿਓ ਇਹ ਜੋ ਮੈਂ ਆਪ ਜੀ ਦੇ ਨਾਲ ਗੱਲ ਸਾਂਝੀ ਕਰਨ ਲੱਗਾ ਹਾਂ, ਇਹ ਰਜਨੀਸ਼ ਜੀ ਆਪਣੀ ਵਾਰਤਾ ਦੇ ਵਿੱਚ ਕਹਿੰਦੇ ਨੇ। ਕਹਿੰਦੇ ਭਗਤ ਕਬੀਰ ਜੀ ਇਸੇ ਤਰ੍ਹਾਂ ਹੀ ਕਰ ਰਹੇ ਨੇ। ਜਦੋਂ ਸਾਧੂ ਆਉਂਦੇ ਨੇ, ਉਹਨਾਂ ਸਾਧੂਆਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਹੋਣਾ ਤੇ ਉਹਨਾਂ ਨੂੰ ਛਕਾਉਣਾ। ਕਹਿੰਦੇ ਜਿਸ ਦੁਕਾਨਦਾਰ ਦੇ ਕੋਲੋਂ ਇਹ ਸੌਦਾ ਲਿਆ ਕਰਦੇ ਸਨ, ਮਾਈ ਲੋਈ ਜੀ ਜਾਇਆ ਕਰਦੇ ਸਨ। ਸੌਦਾ ਲੈਣ ਵਾਸਤੇ ਜਾਣਾ ਤੇ ਉਧਾਰ ਕਰ ਲੈਣਾ। ਪਿਆਰਿਓ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ
ਉਧਾਰ ਕਰ ਲੈਂਦੇ ਨੇ। ਪੈਸੇ ਤੇ ਰੋਜ਼ ਦੇ ਹੁੰਦੇ ਕੋਈ ਨਹੀਂ, ਕਿਉਂਕਿ ਜਦੋਂ ਜਿਣਸ ਆਉਣੀ ਹੈ, ਜਦੋਂ ਕਣਕ ਆਉਣੀ ਜਾਂ ਝੋਨਾ ਆਉਣਾ, ਮੱਕੀ ਆਉਣੀ, ਉਦੋਂ ਹੀ ਵੇਚ ਕੇ ਪੈਸੇ ਦਿੱਤੇ ਜਾਂਦੇ ਸਨ। ਤੇ ਇਸੇ ਤਰ੍ਹਾਂ ਹੀ ਭਗਤ ਜੀ ਹੁਣੀ ਵੀ ਜਿਹੜਾ ਸੌਦਾ ਲੈਂਦੇ ਸਨ ਦੁਕਾਨ ਤੋਂ, ਤੇ ਉਧਾਰ ਹੀ ਲਿਆ ਕਰਦੇ ਸਨ ਸਾਧੂ ਜਨਾਂ ਦੀ ਸੇਵਾ ਵਾਸਤੇ, ਆਪਣੇ ਵਾਸਤੇ ਨਹੀਂ। ਆਪਣੀ ਕਿਰਤ ਕਰਦੇ ਨੇ ਸਾਧੂ ਜਨਾਂ ਵਾਸਤੇ, ਜੇ ਕਿਧਰੇ ਲੋੜ ਪੈਣੀ ਤੇ ਉਧਾਰ ਲੈ। ਹੁਣ ਜਿਸ ਦੁਕਾਨਦਾਰ ਦੇ ਕੋਲ ਪਿਆਰਿਓ ਇਹ ਉਧਾਰ ਸੌਦਾ ਲੈਣ ਜਾਇਆ ਕਰਦੇ ਸਨ, ਭਗਤ ਕਬੀਰ ਜੀਆਂ ਦੇ ਘਰ ਵਾਲੀ ਮਾਈ ਲੋਈ ਸੌਦਾ ਲੈਣ ਵਾਸਤੇ ਜਿਸ ਵੇਲੇ ਗਏ ਦੁਕਾਨਦਾਰ ਦੇ ਕੋਲ, ਤੇ ਦੁਕਾਨਦਾਰ ਕਹਿੰਦਾ ਕਿ ਤੁਹਾਡੇ ਪੈਸੇ ਪਹਿਲਾਂ ਹੀ ਬਹੁਤ ਨੇ, ਤੁਹਾਡੇ ਤੇ ਪੈਸੇ ਬਹੁਤ ਪਹਿਲਾਂ ਚੜ੍ਹ ਚੁੱਕੇ ਨੇ, ਤੇ ਹੁਣ ਮੈਂ ਸੌਦਾ ਤੁਹਾਨੂੰ ਦੇ ਨਹੀਂ ਸਕਦਾ। ਮਾਈ ਲੋਈ ਕਹਿੰਦੀ ਮੈਂ ਤੇ ਭਗਤ ਜੀ ਉਹਨਾਂ ਨੂੰ ਦੱਸ ਕੇ ਵੀ ਨਹੀਂ ਆਈ, ਘਰ ਦੇ ਮਗਰਲੇ ਪਾਸਿਓਂ ਦੀ ਆਈ ਹਾਂ, ਕਿ ਕਿਤੇ ਸਾਧੂ ਜਨਾਂ ਨੂੰ ਵੀ ਪਤਾ ਨਾ ਲੱਗ ਜਾਵੇ। ਰਸਤ ਬਸਤ ਲੈਣ ਵਾਸਤੇ ਆਈ ਹਾਂ, ਘਰ ਦੇ ਵਿੱਚ ਰਸਤ ਕੋਈ ਨਹੀਂ, ਬਹੁਤ ਸਾਰੇ ਸਾਧੂ ਆਏ ਹੋਏ ਹਨ, ਤੇ ਉਹਨਾਂ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ। ਅੱਜ ਦੇ ਤੁਹਾਨੂੰ ਕਹਿੰਦੇ ਦੇਣਾ ਹੀ ਪਵੇਗਾ, ਅੱਜ ਤੁਹਾਨੂੰ ਦੇਣਾ ਹੀ ਪਵੇਗਾ, ਤੁਹਾਡੀ ਪਾਈ ਪਾਈ ਕਰਕੇ ਅਸੀਂ ਵਾਪਸ ਕਰਾਂਗੇ, ਤੁਹਾਡਾ ਪੈਸਾ ਕੋਈ ਨਹੀਂ ਰੱਖਦਾ। ਕਹਿੰਦੇ ਨਹੀਂ, ਅੱਜ ਕਹਿੰਦੇ ਮੈਂ ਤੁਹਾਨੂੰ ਨਹੀਂ ਦੇਵਾਂਗਾ। ਕਹਿੰਦੇ ਜੇ ਨਹੀਂ ਤੁਸੀਂ ਦੇਵੋਗੇ, ਇਹ ਸਾਧੂ ਜਨ ਜਿਹੜੇ ਆਏ ਨੇ ਉਹ ਲੰਗਰ ਪ੍ਰਸ਼ਾਦਾ ਕਿਵੇਂ ਛਕਣਗੇ? ਸਾਡੀ ਆਪਣੀ ਕੋਈ ਨਾ, ਪਰ ਸਾਧੂ ਜਨ ਜਿਹੜੇ ਆਏ ਨੇ, ਕਹਿੰਦੇ ਉਹਨਾਂ ਲੰਗਰ ਪ੍ਰਸ਼ਾਦਾ ਛਕਣਾ। ਪਿਆਰਿਓ ਇਹ ਦੁਕਾਨਦਾਰ, ਇਹਦਾ ਮਨ ਬੇਈਮਾਨ ਹੋ ਗਿਆ, ਇਹਦਾ ਮਨ ਬੇਈਮਾਨ ਹੋ ਗਿਆ। ਕਹਿੰਦੇ ਤੈਨੂੰ ਮੈਂ ਸੌਦਾ ਦੇ ਦਿੰਦਾ, ਸੌਦਾ ਤੈਨੂੰ ਮੈਂ ਦੇ ਦੇਣਾ ਅੱਜ ਵੀ, ਆਉਣ ਵਾਲੇ ਸਮੇਂ ਵਿੱਚ ਵੀ ਬੇਸ਼ੱਕ ਲੈ ਕੇ ਕੱਲ੍ਹ ਨੂੰ ਤੂੰ ਮੇਰੇ ਕੋਲ ਆਉਣਾ। ਪਿਆਰਿਓ ਮਨ ਦੇ ਵਿੱਚ ਚੋਰ ਆ ਗਿਆ, ਮਨ ਦੇ ਵਿੱਚ ਦ੍ਰਿਸ਼ਟੀ ਬੁਰੀ ਹੋ ਗਈ। ਪਿਆਰਿਓ ਪਾਪ ਕਰਮ ਆ ਗਿਆ ਇਹਦੇ ਮਨ ਦੇ ਵਿੱਚ, ਆਖਣ ਲੱਗਾ ਕੱਲ੍ਹ ਰੋਜ਼ ਨੂੰ, ਕੱਲ੍ਹ ਸ਼ਾਮ ਨੂੰ ਤੁਸੀਂ ਮੇਰੇ ਕੋਲ ਆਉਣਾ। ਤੇ ਮਾਈ ਲੋਈ ਕਹਿੰਦੀ ਬਸ ਇਤਨੀ ਗੱਲ ਸੀ। ਕਹਿੰਦੇ ਕੋਈ ਨਾ, ਇਹ ਤੁਸੀਂ ਮੈਨੂੰ ਪਹਿਲਾਂ ਹੀ ਦੱਸ ਦਿੰਦੇ ਤੇ ਮੈਂ ਤੁਹਾਡੇ ਕੋਲ ਪਹਿਲਾਂ ਹੀ ਆ ਜਾਂਦੀ, ਮੈਂ ਪਹਿਲਾਂ ਹੀ ਆ ਜਾਂਦੀ। ਕੋਈ ਨਾ, ਕਹਿੰਦੀ ਕੱਲ੍ਹ ਨੂੰ ਮੈਂ ਆ ਜਾਵਾਂਗੀ। ਹੁਣ ਇਹ ਦੁਕਾਨਦਾਰ ਸੋਚ ਰਿਹਾ ਇਸਨੇ ਤੇ ਬਹੁਤ ਸੌਖਾ ਹੀ ਬਣ ਲਿਆ, ਹੋ ਸਕਦਾ ਇਹ ਅੱਜ ਸਮਾਨ ਲੈ ਕੇ ਚਲਿਆ ਜਾਵੇ, ਕੱਲ੍ਹ ਨੂੰ ਆਵੇ ਕੋਈ। ਕਹਿੰਦੀ ਕੱਲ੍ਹ ਨੂੰ ਪੱਕਾ ਤੁਸੀਂ ਆਉਣਾ ਤੇ ਸਮਾਨ ਲੈ ਲਓ। ਸੌਦਾ ਪਿਆਰਿਓ ਰਸਤ ਬਸਤ ਲੈ ਲਈ। ਰਸਤ ਬਸਤ ਜਿਸ ਵੇਲੇ ਲੈ ਲਈ ਤੇ ਜਾ ਕੇ ਸਾਧੂ ਜਨਾਂ ਨੂੰ ਪ੍ਰਸ਼ਾਦਾ ਛਕਾਇਆ, ਪ੍ਰਸ਼ਾਦਾ ਛਕਾਇਆ। ਅੱਜ ਜਿਸ ਵੇਲੇ ਸ਼ਾਮ ਦਾ ਟਾਈਮ ਹੋਇਆ, ਸ਼ਾਮ ਦਾ ਟਾਈਮ ਹੋਇਆ ਤੇ ਮਾਈ ਲੋਈ ਜੀ ਪਿਆਰਿਓ ਤਿਆਰ ਹੋ ਕਰਕੇ ਬੈਠੇ ਹੋਏ, ਤਿਆਰ ਹੋ ਕਰਕੇ ਬੈਠੇ ਨੇ। ਤੇ ਭਗਤ ਜੀ ਕਹਿੰਦੇ ਨੇ ਅੱਜ ਕਿਸ ਪਾਸੇ ਨੂੰ ਤੁਸੀਂ ਜਾਣਾ ਹੈ? ਤੁਸੀਂ ਤਿਆਰ ਹੋਏ ਪਏ ਹੋ, ਕਿਸ ਪਾਸੇ ਜਾਣਾ? ਮਾਈ ਲੋਈ ਕਹਿੰਦੀ ਤੁਹਾਡੇ ਨਾਲ ਮੈਂ ਝੂਠ ਕੀ ਬੋਲਣਾ, ਤੁਹਾਡੀ ਪਰਮੇਸ਼ਰ ਦੇ ਨਾਲ ਇੱਕ ਮਿਕਤਾ ਹੈ। ਮੈਂ ਜਿਸ ਦੁਕਾਨਦਾਰ ਦੇ ਕੋਲ ਅਸੀਂ ਸੌਦਾ ਲੈ ਕਰਕੇ ਆਉਂਦੇ ਹਾਂ, ਉਸ ਦੁਕਾਨਦਾਰ ਦੇ ਨਾਲ ਵਾਅਦਾ ਕੀਤਾ ਕਿ ਅੱਜ ਸ਼ਾਮ ਨੂੰ ਮੈਂ ਤੇਰੇ ਪਾਸ ਆਵਾਂਗੀ। ਉਹ ਕਹਿੰਦਾ ਮੇਰੇ ਪਾਸ ਆਉਣਾ। ਭਗਤ ਜੀ ਕਹਿੰਦੇ ਪਰ ਬਾਰਿਸ਼ ਬਹੁਤ ਪੈ ਰਹੀ, ਕਹਿੰਦੇ ਬਾਰਿਸ਼ ਬਹੁਤ ਪੈ ਰਹੀ ਹੈ, ਬਾਰਿਸ਼ ਦੇ ਵਿੱਚ ਕਿਸ ਤਰ੍ਹਾਂ ਜਾਵੇ? ਮੈਂ ਤੇਰੇ ਨਾਲ ਜਾਂਦਾ, ਮੈਂ ਤੇਰੇ ਨਾਲ ਛਾਤਾ ਲੈ ਕੇ ਜਾਂਦਾ। ਪਿਆਰਿਓ ਬਾਰਿਸ਼ ਜਿਤਨਾ ਪੈ ਰਹੀ ਸੀ, ਛਾਤਾ ਭਗਤ ਜੀ ਨੇ ਲੈ ਲਿਆ ਤੇ ਮਾਈ ਲੋਈ ਨੇ ਕਿਹਾ ਚੱਲ ਤੂੰ। ਨਾਲ ਨਾਲ ਉਤਰੇ ਤੇ ਪਿਆਰਿਓ ਜਿਸ ਵੇਲੇ ਮਾਈ ਲੋਈ ਉਹ ਦੁਕਾਨਦਾਰ ਦੇ ਕੋਲ ਪਹੁੰਚੀ, ਅੰਦਰ ਜਿਸ ਵੇਲੇ ਗਈ, ਦੁਕਾਨਦਾਰ ਪਹਿਲੇ ਤੇ ਵੇਖ ਕੇ ਛਟੰਬਰ ਗਿਆ ਕਿ ਇਸ ਦੇ ਸਰੀਰ ਦੇ ਉੱਤੇ ਇੱਕ ਛਿੱਟ ਵੀ ਬਾਰਿਸ਼ ਦੀ ਨਹੀਂ ਪਈ ਹੋਈ, ਕੋਈ ਬਾਰਿਸ਼ ਨਹੀਂ ਪਈ। ਬਾਰਿਸ਼ ਹੌਲੀ ਧਾਰ ਹੋ ਰਹੀ ਹੈ, ਇਤਨੀ ਬਾਰਿਸ਼ ਹੋ ਰਹੀ ਪਰ ਇਹਦੇ ਕੱਪੜੇ ਬਿਲਕੁਲ ਸੁੱਕੇ ਹਨ। ਵੇਖ ਕੇ ਪਸੀਨੋ ਪਸੀਨੀ ਹੋ ਗਿਆ ਦੁਕਾਨਦਾਰ। ਕਹਿੰਦੇ ਮੈਨੂੰ ਤੇ ਭਰੋਸਾ ਨਹੀਂ ਕਿ ਤੂੰ ਆਵੇਗੀ, ਪਰ ਹੁਣ ਤੂੰ ਆ ਗਈ। ਪਰ ਮੈਨੂੰ ਇਹ ਗੱਲ ਦੱਸ, ਤੇਰੇ ਕੱਪੜਿਆਂ ਦੇ ਉੱਤੇ ਪਾਣੀ ਦੀ ਛਿੱਟ ਇੱਕ ਵੀ ਨਹੀਂ ਪਈ। ਕਹਿੰਦੀ ਪਾਣੀ ਦੀ ਛਿੱਟ ਕਿਵੇਂ ਪੈਂਦੀ? ਪਾਣੀ ਦੀ ਛਿੱਟ ਕਿਵੇਂ ਪੈਂਦੀ? ਮੈਂ ਛਾਤਾ ਲੈ ਕੇ ਨਾਲ ਆਈ ਹਾਂ ਤੇ ਭਗਤ ਜੀ ਵੀ ਮੇਰੇ ਨਾਲ ਆਏ ਨੇ, ਭਗਤ ਜੀ ਵੀ ਮੇਰੇ ਨਾਲ ਆਏ ਨੇ। ਉਹਨਾਂ ਨੇ ਮੈਨੂੰ ਬਾਰਿਸ਼ ਤੋਂ ਬਚਾ ਕਰਕੇ ਮੇਰੇ ਕੱਪੜਿਆਂ ਨੂੰ ਭਿੱਜਣ ਨਹੀਂ ਦਿੱਤਾ, ਛਾਤਾ ਮੇਰੀ ਉੱਤੇ ਦੇ ਕੇ ਰੱਖਿਆ। ਆਪ ਭਾਵੇਂ ਭਿੱਜ ਗਏ ਹੋਣਗੇ,
पर मैनू नहीं भेजन दिता। दुकानदार कहता भगत जी कित्थे ने? कहते वो बाहर उडीक कर रहे ने, वो बाहर उडीक कर रहे ने। कहते जिस काम वास्ते मैनू तुसीं बुलाया अपना काम निपटाओ तो मैं जावां। भगत जी मेरी बाहर उडीक कर कहते पहले तो मैंने ये दस भगत जी है कितने नहीं? कहते बाहर छाता लैके बैठे हुए ने। जिस वेले प्यारे ये दुकानदार ने इस गल का पता लग्या, ये भजा भजा गया, भजा भजा गया, जाके भगत कबीर जियां दे चरणा ते डिग पिया, चरणा ते डिग पिया, आखन लगा मैनू मुआफ करना। भगत जी कहते तू जिस काम वास्ते लोई नूं बुलाया है, तुसीं अपना काम निपटाओ, अपना काम निपटा, मत्था मैनू बाहर दे विच टेक लगी। नहीं भगत जी मैनू माफ़ कर दो, मैनू माफ़ कर दो, मेरे कोलों भुल हुई है, मेरे कोलों अवग्या हुई है। प्यारो ये गल वेखो, इत्थे भरोसा परमेश्वर की कितना माई हुई। सदा अंग संगे आपंगम भूते दुकालु प्रणासे दयालम स्वरूपे, सदा अंग संगे आपंगम भूते। वो परमेश्वर दूर कोई नहीं प्यारो, जो भरोसा उस मालिक ते हो जाता है, जदों वाहिगुरू ते भरोसा हो जाता वो किधरे दूर नहीं है। भगत कबीर जी की गल चल रही प्यारो, एक बारी माई लोई कहती घर दे विच बच्ची का कमाली का विआह रखिया होया, कमाली का विआह रखिया होया ते तुसीं हुण जिहड़ा थान बनाया ये वेच के आओ, वेच के आओ ते कुछ ना कुछ पैसे आ जाणगे विआह वास्ते। कहते भगत जी ने प्यारे थान चुकिया, खदर का थान जिहड़ा तैयार किया, परमेश्वर अपने भगतां की प्रीख्या प्यारी नहीं। वो परचे बड़े पाउंदा ते परचियां दे विचों भगती करन वाले लिखदे ने संसारी ते प्यारो माया दे विच ग्रसे होए, माया दे विच ही फसे रहिंदे ने, माया दे विचों कोई विरला निकलदा है, कोई हरिओ बूट रहिओ। कहते जिस वेले भगत जी गए अपना थान नाल लिया होया, थान नाल लिया होया वेचण वास्ते चौंक ते बैठे ने ते एक साधु आया। साधु आके आखन लगा भगत जी मेरे को कुछ नहीं तन ते लैण वास्ते, जे किधरे चंगा होवे ते एक चोड़े का मैनू कपड़ा दे देवो, वस्त्र पाउण वास्ते मैनू कपड़ा दे देवो। कहते थान दे नाल कपड़ा लाया, कंची नाल कट के ते दे दिता, वो साधु नूं दे दिता। कहते कुर्ते वास्ते ते दे दिता, जे तुसीं एक कहते कपड़ा होर दे देवो जिहदे नाल मैं अपना पजामा बना लवां, तेड़ ओढ़न वास्ते बना लवां, वो भी कट के दे दिता, वो भी जिस वेले कट के दे दिता। कहते फिर एक दस्तार वास्ते भी सिर ते बन्नण वास्ते भी दे देवो, वो भी दे दिता। कहते हुण जिहड़ा तुहाडे कोल बचिया है ते थोड़ा ही बचिया, आ चादर है, चादर है उपर लैण वास्ते यही बची है, कहते ये भी मैनू दे दिओ। कई बारी कहते इस तरह हुंदा कि औड़न वास्ते रात नूं कुछ भी नहीं मेरे कोल हुंदा, ये भी मैनू तुसीं दे दिओ। प्यारो वो चादर जिहड़ी बची सी वो भी दे दित्ती। हुण सारा थान ही खत्म हो गया, सारा थान ही खत्म हो गया। घर दे विच बच्ची दा विआह रखिया होया, आए थान वेचण वास्ते ने ते पैसा एक भी नहीं, पैसा एक भी नहीं। ते माई लोई कहती कि तुसीं कहते कपड़ा वेचण वास्ते गए सी, थान वेचण वास्ते गए सी, कोई वटत करके लैकर के आए। कहते माई लोई कहते मेरे को साधु आ गया, कोई साधु के तन के उत्ते कपड़ा ओढ़न वास्ते कोई नहीं सी, उन्हें आस्ते आस्ते करके मेरे को सारा थान ही खरीद लिया, सारा थान ही ले लिया। कहते कुछ दिता? कहते नहीं, साधु ने की देना सी, कुछ नहीं उन्होंने दिता। कहते बच्ची का घर दे विच विआह रखिया, तुहानूं फिकर कोई नहीं। हुण भगत जी मन दे विच सोचदे ने परमेश्वर ने मेरे उत्ते ये परचा पाया, मैं परमेश्वर दे उत्ते परचा पावांगा। परमेश्वर ने मेरे उत्ते परचा पाया कि वो सारा थान साधु लै गया, पैसा घर दे विच कोई नहीं। अज भगत जी प्यारे उठे ने, अज सवेरे जिसले उठे ते कहते गंगा ती चले गए, जाके राम राम कर रहे, जाके राम राम कर रहे, परमेश्वर का नाम जप रहे ने।
ਹੁਣ ਪਰਮੇਸ਼ਰ ਨੂੰ ਫਿਕਰ ਹੋਇਆ ਥਾਂ ਤੇ ਸਾਰਾ ਮੈਂ ਉਸਦਾ ਲੈ ਲਿਆ ਸੀ, ਥਾਂ ਤੇ ਸਾਰਾ ਉਸਦਾ ਲੈ, ਘਰ ਵਿੱਚ ਕਹਿੰਦੀ ਬੱਚੀ ਦਾ ਵਿਆਹ, ਕਮਾਲੀ ਦਾ ਵਿਆਹ ਦਾ ਕਾਰਜ ਕੌਣ ਕਰੇਗਾ? ਭਗਤ ਜੀ ਤੇ ਰਾਮ ਰਾਮ ਰਟ ਰਹੇ ਨੇ, ਉਹ ਤੇ ਪਰਮੇਸ਼ਰ, ਉਹ ਤੇ ਮੇਰੇ ਨਾਲ ਜੁੜੀ ਹੋਈ, ਇਹ ਕਾਰਜ ਕੌਣ ਕਰੇਗਾ? ਪਿਆਰੇ ਬਣਜ਼ਾਰੇ ਦਾ ਰੂਪ ਧਾਰਨ ਕੀਤਾ ਪਰਮੇਸ਼ਰ ਨੇ ਆਪ, ਤੇ ਗੱਡੇ ਦੇ ਉੱਤੇ ਸਮਾਨ ਲੱਦਿਆ, ਪਰਮੇਸ਼ਰ ਦਾ ਰੂਪ ਧਾਰਨ ਕੀਤਾ ਹੋਇਆ, ਤੇ ਮਾਈ ਲੋਈ ਨੂੰ ਆਖਿਆ ਆ ਕੇ ਦਰਵਾਜ਼ਾ ਖੋਲ੍ਹੋ। ਕਹਿੰਦੇ ਤੁਸੀਂ ਕੌਣ ਹੋ? ਸਾਨੂੰ ਕਹਿੰਦੀ ਭਗਤ ਜੀ ਨੇ ਭੇਜਿਆ ਆ ਸਮਾਨ ਦੇ ਕੇ। ਕਹਿੰਦੇ ਸਮਾਨ ਘਰ ਦੇ ਵਿੱਚ ਰੱਖੀ ਚਲੇ ਜਾ ਰਹੇ ਨੇ, ਬੋਰੀਆਂ ਦੀਆਂ ਬੋਰੀਆਂ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਮਾਲੀ ਤੇ ਕਮਾਲ, ਕਹਿੰਦੇ ਉਹਨਾਂ ਦੇ ਵਿੱਚੋਂ ਗਿਰੀ ਸ਼ੌਗੀਆਂ ਖਾ ਰਹੇ ਤੇ ਬੜੇ ਖੁਸ਼ ਨੇ ਕਿ ਇਤਨਾ ਸਮਾਨ, ਕਹਿੰਦੀ ਇਹ ਤੇ ਘਰ ਭਰ ਗਿਆ। ਹੁਣ ਲੋਈ ਕਹਿੰਦੀ ਬਸ ਕਰੋ, ਇਤਨਾ ਹੀ ਕੋਈ ਸਾਨੂੰ ਬਹੁਤ ਹੈ। ਕਹਿੰਦੇ ਇਤਨਾ ਸਾਨੂੰ ਬਹੁਤ ਹੈ, ਜਦੋਂ ਭਗਤ ਜੀ ਆਉਣਗੇ ਬਾਕੀ ਫੇਰ ਲੈ ਆਉਣਾ, ਸਾਨੂੰ ਲੋੜ ਕੋਈ ਨਹੀਂ। ਮਾਈ ਲੋਈ ਨੇ ਪਿਆਰਿਓ ਘਰ ਦੇ ਵਿੱਚ ਤੇ ਵਿਆਹ ਰੱਖਿਆ ਹੋਇਆ ਸੀ, ਭਗਤ ਕਬੀਰ ਜੀ ਇੱਥੇ ਵੀ ਨੇ, ਇੱਥੇ ਘਰ ਦੇ ਵਿੱਚ ਸਾਰਾ ਹੱਥ ਵਟਾ ਰਹੇ ਨੇ। ਮਾਈ ਲੋਈ ਦੇ ਨਾਲ ਸਾਰਾ ਕਾਰਜ ਕਰ ਰਹੇ ਨੇ। ਪਿਆਰਿਓ ਬਰਾਤ ਆਈ ਹੈ, ਮੇਲੀ ਆਏ, ਜਾਂਜੀ ਮਾਂਜੀ ਆਏ। ਜਿਸ ਵੇਲੇ ਬਰਾਤ ਆਈ ਉਹਨਾਂ ਦੀ ਬਹੁਤ ਵਧੀਆ ਦੇਖ ਰੇਖ ਕੀਤੀ ਗਈ। ਜਿਤਨੇ ਸਾਕ ਸੰਬੰਧੀ ਰਿਸ਼ਤੇਦਾਰ ਸੱਜਣ ਮਿੱਤਰ ਆਏ, ਉਹਨਾਂ ਸਾਰਿਆਂ ਨੂੰ ਕਹਿੰਦੇ ਬੜੇ ਸੁੰਦਰ ਕੱਪੜੇ ਵੀ ਦਿੱਤੇ ਤੇ ਨਾਲ ਉਹਨਾਂ ਨੂੰ ਡੱਬੇ ਵੀ ਦਿੱਤੇ, ਜਿਵੇਂ ਵਿਆਹਾਂ ਦੇ ਵਿੱਚ ਹੁੰਦਾ ਹੈ। ਬਰਾਤ ਜਿਸ ਵੇਲੇ ਤੋਰੀ, ਵਿਆਹ ਹੋ ਗਿਆ, ਤੇ ਜਿਤਨੇ ਵੀ ਲੋਕ ਆਏ ਨੇ ਸਾਰਿਆਂ ਨੂੰ ਵਸਤਰ ਦਿੱਤੇ ਜਾ ਰਹੇ ਨੇ, ਖੁਸ਼ੀ ਵਜੋਂ ਡੱਬੇ ਦਿੱਤੇ ਜਾ ਰਹੇ ਨੇ। ਭਗਤ ਜੀ ਇੱਥੇ ਆਪ ਵੰਡ ਰਹੇ। ਤੇ ਜਦੋਂ ਹੁਣ ਘਰ ਦੇ ਵਿੱਚੋਂ ਲੋਕ ਜਾ ਰਹੇ ਨੇ, ਤੇ ਇਹ ਗੱਲ ਕਰਦੇ ਆ ਰਹੇ ਨੇ, ਭਗਤ ਕਬੀਰ ਜੀ ਨੇ ਜੈਸਾ ਵਿਆਹ ਕੀਤਾ ਨਾ, ਇਹੋ ਜਿਹਾ ਵਿਆਹ ਕਹਿੰਦੇ ਕਦੀ ਨਹੀਂ ਵੇਖਿਆ। ਭਗਤ ਜੀ ਨੇ ਇਤਨੀ ਸੇਵਾ ਕੀਤੀ, ਖਾਣ ਵਾਸਤੇ ਇੰਨੀਆਂ ਵਧੀਆ ਮਠਿਆਈਆਂ ਰੱਖੀਆਂ, ਆ ਵੇਖੋ ਕਹਿੰਦੇ ਵਸਤਰ ਵੀ ਪਹਿਨਣ ਵਾਸਤੇ ਦਿੱਤੇ। ਉਧਰੋਂ ਵਾਕਿਆ ਹੋਈ ਭਗਤ ਕਬੀਰ ਜੀ ਨੂੰ, ਤੇਰੇ ਘਰ ਦੇ ਵਿੱਚ ਤੇ ਵਿਆਹ ਰੱਖਿਆ ਹੋਇਆ, ਤੇ ਭਗਤ ਜੀ ਵਾਪਸ ਆ ਰਹੇ ਜਦੋਂ ਘਰ ਦੇ ਲਾਗੇ ਆ ਰਹੇ ਨੇ, ਕਹਿੰਦੀ ਭਗਤ ਜੀ ਨੇ ਬਹੁਤ ਹੀ ਵਧੀਆ ਵਿਆਹ ਕੀਤਾ। ਕਹਿੰਦੀ ਵੇਖੋ ਕਿੱਡੇ ਸੁੰਦਰ ਕੱਪੜੇ ਦਿੱਤੇ ਨੇ। ਕਹਿੰਦੀ ਤੁਸੀਂ ਕੀ ਕਹਿੰਦੇ ਪਏ ਹੋ? ਜਿਹੜੇ ਘਰ ਤੋਂ ਲੋਕ ਜਾ ਰਹੇ ਨੇ, ਭਗਤ ਜੀ ਕਹਿੰਦੇ ਤੁਸੀਂ ਕੀ ਕਹਿੰਦੇ ਪਏ ਹੋ? ਕਹਿੰਦੇ ਤੁਸੀਂ ਵਿਆਹ ਕੀਤਾ ਬੜਾ ਸੁੰਦਰ ਲੜਕੀ ਦਾ, ਬੜਾ ਕੁਝ ਦਿੱਤਾ ਭਗਤ ਕਬੀਰ ਜੀ ਨੇ, ਤੇ ਕਹਿੰਦੇ ਬਹੁਤ ਦਾਜ ਦਿੱਤਾ, ਬੜੇ ਲੋਕਾਂ ਨੂੰ ਵਧੀਆ ਲੰਗਰ ਪ੍ਰਸ਼ਾਦੇ ਛਕਾਏ। ਆਹ ਵੇਖੋ ਕੱਪੜੇ ਦਿੱਤੇ। ਕਹਿੰਦੇ ਭਗਤ ਕਬੀਰ ਤੇ ਮੈਂ ਹਾਂ। ਉਹ ਕੌਣ ਸੀ? ਕਹਿੰਦੇ ਸਾਨੂੰ ਨਹੀਂ ਪਤਾ। ਕਹਿੰਦੇ ਤੁਸੀਂ ਹੀ ਤੇ ਉੱਥੇ ਕੱਪੜੇ ਦੇ ਰਹੇ ਸੀ। ਜਿਸ ਵੇਲੇ ਘਰ ਦੇ ਵਿੱਚ ਆਏ ਮਾਈ ਲੋਈ ਨੂੰ ਪੁੱਛਦੇ ਘਰ ਦੇ ਵਿੱਚ ਕੌਣ ਆਇਆ ਸੀ? ਇਹ ਵਿਆਹ ਦਾ ਕੰਮ ਕਿਸ ਨੇ ਕੀਤਾ? ਇਹ ਸਾਰਾ ਕਾਰਜ ਕਿਸੇ ਨੇ ਸਿਰੇ ਚਾੜਿਆ ਹੈ। ਕਹਿੰਦੇ ਤੁਸੀਂ ਆਪੇ ਸਾਰਾ ਕੁਝ ਕਰਕੇ ਤੇ ਆਪੇ ਭੁੱਲ ਜਾਂਦੇ ਹੋ। ਆਪੇ ਕਹਿੰਦੇ ਤੁਸੀਂ ਸਾਰਾ ਕਾਰਜ ਕੀਤਾ, ਵਿਆਹ ਦਾ ਕਾਰਜ ਕੀਤਾ, ਬੱਚੀ ਨੂੰ ਆਪ ਤੋਰਿਆ। ਕਹਿੰਦੇ ਜਿਤਨੇ ਮੇਲੀ ਆਏ ਸਾਰਿਆਂ ਨੂੰ ਤੁਸੀਂ ਵਸਤਰ ਦਿੱਤੇ, ਸਾਰਿਆਂ ਨੂੰ ਤੁਸੀਂ ਮਠਿਆਈਆਂ ਵੰਡੀਆਂ। ਹੁਣ ਤੁਸੀਂ ਕਹਿੰਦੇ ਹੋ ਕੌਣ ਆਇਆ ਸੀ? ਤੁਸੀਂ ਆਪ ਹੀ ਤੇ ਸੀ। ਮਾਈ ਲੋਈ ਮੈਂ ਨਹੀਂ ਸੀ। ਕਹਿੰਦੇ ਕੌਣ ਸੀ? ਉਹ ਕੌਣ ਸੀ? ਉਹ ਕਹਿੰਦੇ ਮੇਰਾ ਰਾਮ ਆਇਆ, ਮੇਰੇ ਰਾਮ ਨੇ ਮੇਰੇ ਤੇ ਪਰਚਾ ਪਾਇਆ ਸੀ, ਮੇਰੇ ਕੋਲ ਸਾਰਾ ਥਾਨ ਲੈ ਲਿਆ ਸੀ। ਇਹ ਰਾਮ ਤੇ ਪਰਚਾ ਮੈਂ ਪਾਇਆ, ਮੇਰਾ ਰਾਮ ਆਇਆ। ਕਹਿੰਦੇ ਸਾਰੇ ਉਹ ਕਾਰਜ ਆਪ ਹੀ ਕਰ ਗਿਆ, ਉਹ ਸਾਰਾ ਕਾਰਜ ਆਪ ਹੀ ਕਰ ਗਿਆ। ਸਤਿਗੁਰਾਂ ਦੀ ਮੁਬਾਰਕ ਬਚਨ, ਸੰਤਾਂ ਕੀ ਕਾਰਜ ਆਪ ਖਲੋਆ, ਹਰ ਕੰਮ ਕਰਾਵਨ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ, ਸਗਲ ਮਨੋਰਥ ਪੂਰੇ
ਜੈ ਜੈਕਾਰ ਭਇਆ ਜਗ ਅੰਤਰ, ਲਾਥੇ ਸਗਲ ਵਸੂਰੇ। ਪੂਰਨ ਪੁਰਖ ਅਚੁੱਤ ਅਬਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਜਿਹੜੇ ਵੀ ਉਸ ਮਾਲਕ ਦੇ ਨਾਲ ਜੁੜ ਜਾਂਦੇ ਨੇ ਪਿਆਰਿਓ, ਉਹਨਾਂ ਦੇ ਕਾਰਜਾਂ ਦੇ ਵਿੱਚ ਵਾਹਿਗੁਰੂ ਆਪ ਸਹਾਈ ਹੁੰਦਾ। ਸਾਨੂੰ ਭਰੋਸਾ ਬਣ ਜਾਵੇ, ਇਹ ਭਰੋਸਾ ਬਣ ਜਾਵੇ ਕਿ ਉਸ ਸਾਹਿਬ ਵਰਗਾ ਦੂਸਰਾ ਕੋਈ ਨਹੀਂ, ਉਹਦੇ ਵਰਗਾ ਦੂਸਰਾ ਕੋਈ ਨਹੀਂ। ਜਿਵੇਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਨਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਮੇਰੇ ਸਾਹਿਬ ਵਰਗਾ ਦੂਸਰਾ ਕੋਈ ਨਹੀਂ, ਮੇਰੇ ਸਾਹਿਬ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਪਿਆਰਿਓ, ਸਾਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਦਾ ਕਿ ਸਿੱਖ ਨੂੰ ਇਹ ਕਹਿਣਾ ਚਾਹੀਦਾ, ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸਤਿਗੁਰੂ ਨਾਨਕ, ਮੇਰੀ ਗੁਰੂ ਨਾਨਕ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ। ਐਸਾ ਪੂਰਨ ਭਰੋਸਾ ਜਦੋਂ ਬਣ ਜਾਵੇ ਤੇ ਵਾਹਿਗੁਰੂ ਕਾਰਜਾਂ ਦੇ ਵਿੱਚ ਆਪ ਸਹਾਈ ਹੁੰਦਾ। ਆਪ ਸਹਾਈ ਹੋਆ ਸੱਚੇ ਕਾ ਸੱਚਾ ਢੋਆ, ਉਹ ਬਖਸ਼ਿਸ਼ ਇਤਨੀ ਕਰਦਾ, ਰਹਿਮਤ ਇਤਨੀ ਕਰ ਦਿੰਦਾ ਹੈ। ਆਪਣੇ ਸਤਿਗੁਰ ਕੈ ਬਲਹਾਰੈ, ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਵਾਰਨੇ ਜਾਂਦਾ ਹਾਂ, ਸਦਕੇ ਜਾਂਦਾ ਹਾਂ ਉਸ ਵਾਹਿਗੁਰੂ ਤਾਂ। ਆਗੇ ਸੁਖ ਪਾਸ਼ੇ ਸੁਖ ਸਹਿਜਾ, ਘਰ ਆਨੰਦ ਹਮਾਰੇ। ਹਰ ਸਮੇਂ ਦੇ ਵਿੱਚ ਹੁਣ ਭਰੋਸਾ ਇਸ ਤਰ੍ਹਾਂ ਦਾ ਬਣ ਜਾਂਦਾ ਪਿਆਰਿਓ, ਪਹਿਲੇ ਤੇ ਸਿੱਖ ਆਨੰਦ ਦੇ ਵਿੱਚ ਆ ਜਾਂਦਾ ਹੈ, ਆਨੰਦ ਦੇ ਵਿੱਚ ਆ ਜਾਂਦਾ। ਉਹਨੂੰ ਲੋਕ ਦੇ ਸੁੱਖ ਵੀ ਮਾਲਕ ਬਖਸ਼ਿਸ਼ ਕਰ ਦਿੰਦਾ। ਉਹਨੂੰ ਭਰੋਸਾ ਇਹ ਬਣ ਜਾਂਦਾ ਕਿ ਪਰਲੋਕ ਦੇ ਸੁੱਖ ਵੀ ਵਾਹਿਗੁਰੂ ਮੈਨੂੰ ਦੇਵੇਗਾ। ਜੇ ਇਸ ਲੋਕ ਦੇ ਵਿੱਚ ਮੈਨੂੰ ਸੁੱਖ ਉਸ ਮਾਲਕ ਨੇ ਬਖਸ਼ਿਸ਼ ਕੀਤੇ ਰਹਿਣਾ, ਤੇ ਪਰਲੋਕ ਦੇ ਵਿੱਚ ਵੀ ਉਹ ਅਵਸ਼ ਹੀ ਮੈਨੂੰ ਸੁੱਖ ਬਖਸ਼ਿਸ਼ ਕਰੇਗਾ। ਇਸ ਤਰ੍ਹਾਂ ਦਾ ਯਕੀਨ ਬਣ ਜਾਵੇ ਉਸ ਮਾਲਕ ਦੇ ਨਾਲ, ਘਰ ਦੇ ਵਿੱਚ ਆਨੰਦ ਬਣ ਜਾਵੇ। ਹਿਰਦਾ ਘਰ ਜਿਹੜਾ ਖਿੜ ਜਾਵੇ, ਆਤਮਿਕ ਆਨੰਦ ਦੇ ਵਿੱਚ, ਸਹਿਜ ਅਵਸਥਾ ਦੇ ਵਿੱਚ ਟਿਕ ਜਾਵੇਗਾ ਜਦੋਂ, ਤੇ ਉਦੋਂ ਉਸ ਨੂੰ ਇਹ ਪਤਾ ਲੱਗ ਜਾਵੇਗਾ ਇਸ ਲੋਕ ਦੇ ਵਿੱਚ ਵੀ ਤੇ ਪਰਲੋਕ ਦੇ ਵਿੱਚ ਵੀ ਮੇਰਾ ਸਾਥੀ ਉਹ ਵਾਹਿਗੁਰੂ ਹੈ। ਜੇ ਇੱਥੇ ਮੇਰਾ ਉਹ ਸਾਥ ਦੇ ਰਿਹਾ ਤੇ ਪਰਲੋਕ ਵਿੱਚ ਵੀ ਮੇਰਾ ਉਹ ਸਾਥ ਨਿਭਾਵੇਗਾ। ਰਹਾਉ ਅੰਤਰਜਾਮੇ ਕਰਨੇ ਹਾਰਾ, ਸੋਈ ਖਸਮ ਹਮਾਰਾ। ਉਹ ਦਿਲਾਂ ਦੀਆਂ ਜਾਣਨ ਹਾਰਾ, ਅੰਤਰਜਾਮੀ ਉਸ ਨੂੰ ਕਹਿ ਦਿੰਦੇ ਜਿਹੜਾ ਦਿਲਾਂ ਦੀਆਂ ਜਾਣਦਾ, ਹਰ ਇੱਕ ਦੇ ਦਿਲ ਦੀ ਸਾਡੇ ਜਾਣਦਾ। ਪ੍ਰਭ ਮੇਰਾ ਅੰਤਰਜਾਮੀ ਜਾਣ, ਉਹ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ। ਅੰਤਰਜਾਮੀ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਅੰਤਰਜਾਮੀ ਬਾਲਾ ਭੋਲਾ, ਉਹ ਸਾਰੀਆਂ ਸਾਡੇ ਅੰਦਰ ਦੀਆਂ ਜਾਣਦਾ। ਸੋਈ ਖਸਮ ਹਮਾਰਾ, ਕਹਿੰਦੇ ਮੇਰਾ ਖਸਮ ਉਹ ਹੈ ਜਿਹੜਾ ਸਾਰਿਆਂ ਦਿਲਾਂ ਦੀਆਂ ਜਾਣਦਾ। ਹਰ ਇੱਕ ਦੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਪਿਆਰਿਓ, ਹਰ ਇੱਕ ਦੀ ਪੀੜਾ ਨੂੰ ਉਹ ਪਛਾਣਦਾ। ਕਿੱਥੇ ਕੋਈ ਯਾਦ ਕਰ ਰਿਹਾ ਉੱਥੇ ਹੀ ਉਹ ਪਹੁੰਚ ਜਾਂਦਾ। ਪਿਆਰਿਓ, ਮਾਤਮ ਰਿਸ਼ੀ ਹੋਇਆ ਇੱਕ, ਜਿਸ ਦੇ ਬਹੁਤ ਸਾਰੇ ਚੇਲੇ ਸਨ, ਸਾਧੂ ਜਨ ਬਹੁਤ ਜ਼ਿਆਦਾ ਉਹਨਾਂ ਨੇ ਪੈਦਾ ਕੀਤੇ। ਬੜਾ ਮਹਾਨ ਰਿਸ਼ੀ ਹੋਇਆ ਮਾਤਮ ਰਿਸ਼ੀ। ਮਾਤਮ ਰਿਸ਼ੀ ਦੇ ਬਹੁਤ ਸਾਰੇ ਚੇਲੇ ਸਨ ਤੇ ਇਹਨਾਂ ਦੇ ਕੋਲ ਇੱਕ ਸ਼ਬਰੀ ਨਾਮ ਦੀ ਭੇਲਣੀ ਆਈ। ਉਹ ਆਖਣ ਲੱਗੀ ਕਿ ਮੈਨੂੰ ਵੀ ਤੁਸੀਂ ਆਪਣਾ ਸ਼ਿਸ਼ ਬਣਾ ਲਓ, ਮੈਨੂੰ ਆਪਣਾ ਸ਼ਿਸ਼ ਬਣਾ ਲਓ। ਪਿਆਰਿਓ, ਬਾਕੀ ਜਿਹੜੇ ਸਾਧੂ ਜਨ ਇਸ ਗੱਲ ਦੇ ਵਿੱਚ ਖੁਸ਼ ਨਹੀਂ ਸਨ ਕਿ ਇਹ ਭੀੜ ਜਾਤ ਦੀ, ਜੰਗਲਾਂ ਦੇ ਵਿੱਚ ਰਹਿਣ ਵਾਲੀ, ਗਰੀਬ, ਕੱਪੜੇ ਇਸ ਦੇ ਵੇਖੋ ਕਿਤਨੇ ਪੁਰਾਣੇ ਹਨ, ਆਪਣੇ ਆਪੇ ਦੀ ਇਸ ਨੂੰ ਸ਼ੁੱਧ ਕੋਈ ਨਹੀਂ। ਤੇ ਮਾਤਮ ਰਿਸ਼ੀ ਨੇ ਆਖਿਆ, ਠੀਕ ਹੈ ਬੇਟਾ, ਜੇ ਤੂੰ ਮੇਰੀ ਸ਼ਿਸ਼ ਬਣਨਾ ਚਾਹੁੰਦੀ ਹੈ ਤੇ ਅਸੀਂ ਖੁਸ਼ੀ ਨਾਲ ਤੈਨੂੰ ਆਪਣਾ ਸ਼ਿਸ਼ ਬਣਾਉਂਦੇ ਹਾਂ। ਬੜੀ ਖੁਸ਼ੀ ਦੇ ਨਾਲ ਸ਼ਬਰੀ ਨੂੰ ਕਹਿੰਦੀ ਆਪਣੀ ਸ਼ਿਸ਼ ਬਣਾ ਲਿਆ। ਤੇ ਇਹ ਕਰਦੀ ਕੀ ਹੈ, ਗਾਵਾਂ ਦਾ ਦੁੱਧ ਵੀ ਚੋਣਾ, ਆਸ਼ਰਮ ਦੀ ਸਫਾਈ ਵੀ ਕਰਨੀ। ਪਰ ਜਿਤਨੇ ਸਾਧੂ ਜਨ ਸਨ ਇਸ ਤੋਂ ਬਹੁਤ ਗਿੜ ਰੱਖਦੇ ਸਨ। ਜਿਨ੍ਹਾਂ ਨੂੰ ਜਾਤ ਦਾ ਅਭਿਮਾਨ ਸੀ ਉਹ ਇਹਦੇ ਨਾਲ ਅੰਦਰੋਂ ਈਰਸ਼ਾ ਬਹੁਤ ਰੱਖਦੇ ਸਨ, ਅੰਦਰੋਂ ਬਹੁਤ ਦੁੱਖ ਰੱਖਦੇ ਸਨ। ਈਵਨ ਕਿ ਮਾਤਮ ਰਿਸ਼ੀ ਜਿਹੜੇ ਸੀ ਉਹਨਾਂ ਦੇ ਨਾਲ ਵੀ ਇਸ ਗੱਲ ਤੋਂ ਨਫ਼ਰਤ ਕਰਦੇ ਸਨ। ਭਾਵੇਂ ਸ਼ਿਸ਼ ਸਨ, ਪਰ ਇਸ ਗੱਲ ਤੋਂ ਕਹਿੰਦੇ ਸਨ ਕਿ ਇਸ ਨੇ ਸ਼ਬਰੀ ਨੂੰ ਕਿਉਂ ਇੱਥੇ ਰੱਖਿਆ ਹੋਇਆ, ਆਪਣੀ ਚੇਲੀ ਕਿਉਂ ਬਣਾਇਆ ਹੋਇਆ, ਇਸ ਨੂੰ ਆਪਣੀ ਸ਼ਿਸ਼ ਕਿਉਂ ਬਣਾਇਆ ਹੋਇਆ। ਉਸ ਨੇ ਪਿਆਰਿਓ ਬਹੁਤ ਸੇਵਾ ਕਰਨੀ ਮਾਤਮ ਰਿਸ਼ੀ, ਸਾਰੀ ਆਸ਼ਰਮ ਦੀ ਦੇਖ ਰੇਖ,
ਲੱਕੜਾਂ ਵੀ ਲੈ ਕਰਕੇ ਆਉਣੀਆਂ, ਲੰਗਰ ਪ੍ਰਸ਼ਾਦਾ ਵੀ ਤਿਆਰ ਕਰਨਾ, ਗਾਵਾਂ ਨੂੰ ਚੋਣਾ, ਸਾਰਾ ਕੁਝ ਕਰਨਾ, ਆਸ਼ਰਮ ਦੀ ਦੇਖ ਰੇਖ ਕਰਨੀ। ਪਰ ਜਿਤਨੇ ਸਾਧੂ ਸਨ ਉਹ ਬਹੁਤ ਦੁਖੀ ਸਨ ਇਸ ਗੱਲ ਤੋਂ। ਇੱਕ ਦਿਨ ਸ਼ਬਰੀ ਪਿਆਰਿਓ ਪਾਣੀ ਲੈਣ ਵਾਸਤੇ ਗਈ ਸਰੋਵਰ ਸੀ ਜਿਸ ਨੂੰ ਬਾਅਦ ਦੇ ਵਿੱਚ ਕਹਿੰਦੇ ਪੰਪਾ ਸਰੋਵਰ, ਤੀਰਥ, ਬੜਾ ਮਸ਼ਹੂਰ ਤੀਰਥ ਹੈ ਪੰਪਾ ਸਾਹਿਬ। ਕਹਿੰਦੇ ਉਹ ਸਰੋਵਰ ਤੋਂ ਜਿਸ ਵੇਲੇ ਪਾਣੀ ਲੈਣ ਵਾਸਤੇ ਗਈ, ਇੱਕ ਸਾਧੂ ਨੂੰ ਬਹੁਤ ਗੁੱਸਾ ਆਇਆ। ਸਾਧੂ ਨੂੰ ਬਹੁਤ ਗੁੱਸਾ ਆਇਆ, ਕਹਿੰਦੇ ਇੱਥੇ ਰਹਿ ਕੇ ਇਸਨੇ ਸਾਡਾ ਪੀਣ ਵਾਲਾ ਜਲ ਵੀ ਅਪਵਿੱਤਰ ਕਰ ਦਿੱਤਾ ਹੈ। ਪੀਣ ਵਾਲਾ ਜਲ ਸਾਡਾ ਅਪਵਿੱਤਰ ਕਰਦਾ, ਜਿੱਥੋਂ ਅਸੀਂ ਪਾਣੀ ਪੀਂਦੇ ਹਾਂ ਉੱਥੋਂ ਇਹ ਪਾਣੀ ਪੀ ਲਈ ਹੈ। ਪਰ ਇਵੇਂ ਕਰਿਆ ਕਰਦੇ ਸਨ ਲੋਕ। ਜਿਹੜੇ ਵਿਚਾਰੇ ਗਰੀਬ ਸਨ ਉਹਨਾਂ ਨੂੰ ਤੇ ਜੁੱਤੀ ਪਾਉਣ ਦਾ ਵੀ ਹੁਕਮ ਨਹੀਂ ਹੈ, ਤੇ ਮੇਰੇ ਕਲਗੀਆਂ ਵਾਲੇ ਨੇ ਸਾਰੀਆਂ ਬਖਸ਼ਿਸ਼ਾਂ ਕੀਤੀਆਂ। ਘੋੜੇ ਦੀ ਅਸਵਾਰੀ ਕੋਈ ਨਹੀਂ ਸੀ ਕਰ ਸਕਦਾ, ਫਰੜੀ ਵਾਲੀ ਪੱਗ ਕੋਈ ਨਹੀਂ ਸੀ ਬੰਨ੍ਹ ਸਕਦਾ, ਤੇ ਮੇਰੇ ਸਤਿਗੁਰਾਂ ਨੇ ਉਹ ਸਾਰੀਆਂ ਹੀ ਬਖਸ਼ਿਸ਼ਾਂ ਕੀਤੀਆਂ। ਫਰੜਾ ਨੇ ਗਾਂ ਸਿੰਘਾਂ ਨੂੰ ਬਖਸ਼ਿਸ਼ ਕੀਤਾ, ਫਰੜੇ ਵਾਲੀਆਂ ਪੱਗਾਂ ਬੰਨ੍ਹਦੇ, ਤਿੱਲੇ ਵਾਲੀ ਜੁੱਤੀ ਕੋਈ ਨਹੀਂ ਸੀ ਪਾ ਸਕਦਾ। ਉਹ ਮੇਰੇ ਸਤਿਗੁਰਾਂ ਨੇ ਆਖਿਆ ਕਿ ਜਿਹੜੇ ਗਰੀਬ ਸਨ ਉਹਨਾਂ ਨੂੰ ਜੁੱਤੀ ਪਾਉਣ ਦਾ ਹੁਕਮ ਹੀ ਕੋਈ ਨਹੀਂ ਸੀ, ਕਿ ਜੁੱਤੀ ਵੀ ਨਹੀਂ ਪਾ ਸਕਦੇ। ਇਵੇਂ ਕਿ ਪਰਮੇਸ਼ਰ ਦਾ ਨਾਮ ਵੀ ਨਹੀਂ ਸੁਣ ਸਕਦੇ। ਜੇ ਪਰਮੇਸ਼ਰ ਦਾ ਨਾਮ ਸੁਣਨ ਤੇ ਇਹਨਾਂ ਦੇ ਕੰਨਾਂ ਦੇ ਵਿੱਚ ਢਾਲ ਕੇ ਕਹਿੰਦੇ ਛਿੱਕਾ ਪਾ ਦਿਓ। ਪਰਮੇਸ਼ਰ ਦਾ ਨਾਮ ਵੀ ਨਹੀਂ ਸੀ ਸੁਣ ਸਕਦੇ। ਪਿਆਰੋ ਇਤਨਾ ਤਿਰਸਕਾਰ ਕਰਦੇ ਸਨ, ਇੱਥੋਂ ਤੱਕ ਇਤਨੀ ਨਫ਼ਰਤ ਕਰਦੇ ਸਨ। ਹੁਣ ਸ਼ਬਰੀ ਦੇ ਨਾਲ ਇਹ ਈਰਖਾ ਕਰਨ ਕਰਕੇ ਜਿਸ ਵੇਲੇ ਸ਼ਬਰੀ ਨੇ ਪਾਣੀ ਲਿਆ, ਇੱਕ ਸਾਧੂ ਨੇ ਪੱਥਰ ਮਾਰਿਆ ਸ਼ਬਰੀ ਦੇ ਪੱਥਰ ਜਿਸ ਵੇਲੇ ਵੱਜਾ ਉਹਦੀ ਖੂਨ ਨਿਕਲ ਆਇਆ। ਪਿਆਰੋ ਉਹ ਜਿਹੜਾ ਖੂਨ ਸੀ ਉਹ ਸਰੋਵਰ ਦੇ ਵਿੱਚ ਪੈ ਗਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਉਹ ਜਿਹੜਾ ਸਰੋਵਰ ਸਾਰਾ ਸੀ ਉਹ ਖੂਨ ਵਾਲਾ ਹੋ ਗਿਆ, ਜਿਵੇਂ ਖੂਨ ਦਾ ਭਰਿਆ ਹੋਵੇ। ਇਸੇ ਤਰ੍ਹਾਂ ਉਹਨਾਂ ਸਾਧੂਆਂ ਨੇ ਫਿਰ ਮਿਲ ਕੇ ਬੜੇ ਯਤਨ ਕੀਤੇ ਪਿਆਰੇ, ਬੜੇ ਉਹਨਾਂ ਨੇ ਅਮਰ ਕੀਤੇ, ਬੜੇ ਉਹਨਾਂ ਨੇ ਜਗ ਕੀਤੇ ਕਿ ਕਿਸੇ ਤਰੀਕੇ ਦੇ ਨਾਲ ਇਹ ਜਲ ਕਹਿੰਦੇ ਪਵਿੱਤਰ ਹੋ ਜਾਵੇ, ਇਹ ਜਲ ਸਾਫ਼ ਹੋ ਜਾਵੇ। ਪਰ ਜਲ ਸਾਫ਼ ਕੋਈ ਨਹੀਂ ਸੀ ਹੁੰਦਾ। ਉਹ ਜਿਹੜਾ ਸ਼ਬਰੀ ਦਾ ਖੂਨ ਉਸ ਦੇ ਵਿੱਚ ਮਿਲਿਆ ਹੋਇਆ ਸੀ, ਸਾਰਾ ਖੂਨ ਵਾਲਾ ਪਾਣੀ ਹੋ ਗਿਆ। ਜਿਸ ਵੇਲੇ ਪਿਆਰੀ ਸੀਤਾ ਨੂੰ ਲੱਭਣ ਵਾਸਤੇ ਸ੍ਰੀ ਰਾਮਚੰਦਰ ਜੀ ਇਸ ਪਾਸੇ ਆਏ ਨੇ, ਕਿਉਂਕਿ ਮਾਤਮ ਰਿਸ਼ੀ ਨੇ ਇਹ ਗੱਲ ਕਹੀ ਸੀ। ਆਪਣਾ ਜਦੋਂ ਜੀਵਨ ਕਾਲ ਖਤਮ ਹੋਣ ਵਾਲਾ ਸੀ, ਮਾਤਮ ਰਿਸ਼ੀ ਨੇ ਇਹ ਗੱਲ ਆਖੀ ਸ਼ਬਰੀ ਨੂੰ ਕਿ ਮੈਂ ਹੁਣ ਚਲਿਆ ਜਾਣਾ ਬੇਟਾ, ਮੈਂ ਇਸ ਜਗਤ ਤੋਂ ਹੁਣ ਚਲਿਆ ਜਾਣਾ, ਤੇ ਤੈਨੂੰ ਹੁਣ ਰਹਿਣਾ ਪਵੇਗਾ ਇੱਥੇ। ਤੇ ਫਿਰ ਸ਼ਬਰੀ ਕਹਿੰਦੀ ਕਿ ਤੁਸੀਂ ਮੇਰੇ ਪਿਤਾ ਸਮਾਨ ਹੋ, ਤੇ ਤੁਸੀਂ ਮੈਨੂੰ